ਸ਼ਲੋਕ। ਸਾਧੂ ਕੀ ਮਨ ਓਟ ਗੋ, ਉਕਤ ਸਿਆਨਪ ਤਿਆਗ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਸਾਧੂ ਕੀ ਮਨ ਓਟ ਗੋ, ਉਕਤ ਸਿਆਨਪ ਤਿਆਗ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਪੌੜੀ। ਸੱਸਾ ਸ਼ਰਨ ਪਰੇ ਅਬਹਾਰੇ, ਸ਼ਾਸਤਰ ਸਿਮਰਤ ਵੇਦ ਪੁਕਾਰੇ। ਸੋਦਤ ਸੋਦਤ ਸੋਦ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਭੂਲਨ ਹਾਰੇ, ਤੁਮ ਸਮਰਥ ਅਗਨਤ ਅਪਾਰੇ। ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸਤਿਗੁਰਾਂ ਦੇ ਸਤ ਸੰਗੀ ਜਨੋ, ਪਾਵਨ ਬਾਣੀ 52 ਅੱਖਰੀ ਵਿੱਚੋਂ ਆਪ ਜੀ ਨੇ 48 ਨੰਬਰ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਮਨੁੱਖ ਦੇ ਮਨ ਦੀ ਅੰਤਰਾਤਮੇ ਦੀ ਅਗਿਆਨਤਾ ਨੂੰ ਦੂਰ ਕਰਕੇ ਮਨੁੱਖ ਨੂੰ ਸੋਝੀ ਬਖਸ਼ਿਸ਼ ਕਰਦੀ ਹੈ। ਜਿਸ ਸੋਝੀ ਦੇ ਨਾਲ ਮਨੁੱਖ ਨੇ ਆਪਣੇ ਜੀਵਨ ਨੂੰ ਸਚਿਆਰਾ ਬਣਾਉਣਾ ਹੈ, ਸੁਚੱਜੇ ਢੰਗ ਨਾਲ ਜੀਣਾ ਹੈ ਅਤੇ ਰੱਬੀ ਗੁਣ ਆਪਣੇ ਜੀਵਨ ਵਿੱਚ ਵਸਾਉਣੇ ਹਨ। ਗੁਰਬਾਣੀ ਦਾ ਇਹ ਮੰਨਣਾ ਹੈ ਕਿ ਜਿੰਨਾ ਚਿਰ ਮਨੁੱਖ ਦੇ ਜੀਵਨ ਵਿੱਚ ਆਪਣੇ ਆਪ ਪ੍ਰਤੀ, ਆਪਣੀ ਹੋਂਦ ਪ੍ਰਤੀ, ਰੱਬੀ ਗੁਣਾਂ ਪ੍ਰਤੀ ਅਗਿਆਨਤਾ ਹੈ, ਬੇਸਮਝੀ ਹੈ, ਉਨਾ ਚਿਰ ਮਨੁੱਖ ਪਸ਼ੂ ਬਿਰਤੀ ਵਿੱਚ ਜਿਉਂਦਾ ਹੈ। ਇਸੇ ਕਰਕੇ ਬਾਣੀ ਵਿੱਚ ਇਹ ਬਚਨ ਆਏ ਹਨ ਕਿ ਗੁਰੂ ਤੋਂ ਬਿਨਾਂ ਜੀਵਨ ਵਿੱਚ ਹਨੇਰਾ ਹੈ। ਗੁਰੂ ਦੇ ਰਾਹੀਂ ਜੀਵਨ ਵਿੱਚ ਚਾਨਣ ਆਉਂਦਾ ਹੈ। ਗੁਰਮਤਿ ਦਾ, ਸੋਝੀ ਦਾ, ਸਵੈ ਚਿੰਤਨ ਦਾ ਅਤੇ ਆਪਣੇ ਆਪ ਨੂੰ ਮਨੁੱਖ ਜਾਣ ਲੈਂਦਾ ਹੈ। ਜਦੋਂ ਅਸੀਂ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ ਕਿ ਜੇ 100 ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭੱਟ ਸਾਹਿਬਾਨ ਆਖਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਇਹ ਬਚਨ ਸਾਨੂੰ ਦੱਸਦੇ ਨੇ ਵੀ ਅੰਦਰ ਕੋਈ ਹਨੇਰਾ ਹੈ ਜਿਸ ਦੀ ਗੱਲ ਹੋ ਰਹੀ ਹੈ। ਉਸ ਹਨੇਰੇ ਨੂੰ ਦੂਰ ਕਰਦਾ ਹੈ ਗੁਰੂ, ਜਿਸ ਕੋਲ ਕੋਈ ਚਾਨਣ ਹੈ। ਹਨੇਰਾ ਹੈ ਬੇਸਮਝੀ ਤੇ ਅਗਿਆਨਤਾ ਦਾ, ਚਾਨਣ ਹੈ ਗੁਰੂ ਦੇ ਗਿਆਨ, ਉਪਦੇਸ਼, ਮਤ ਦਾ, ਸੋਝੀ ਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਨੂੰ ਵਿਵੇਕ ਬੁੱਧ, ਸੋਝੀ ਬਖਸ਼ਿਸ਼ ਕਰਦਿਆਂ ਹੋਇਆਂ ਸਿਆਣੇ ਲਾਇਕ ਬਣਨ ਦੀ ਸਤਿਗੁਰੂ ਜੀ ਸਾਨੂੰ ਮਦਦ ਕਰਦੇ ਨੇ ਐਸਾ ਬਣਨ ਵਾਸਤੇ। ਇੱਕ ਹੋਰ ਬਚਨ ਜੋ ਅਸੀਂ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਕਿਉਂਕਿ ਮਹਾਰਾਜ ਨੇ ਸਾਨੂੰ ਕਿਧਰੇ ਵੀ ਇਹ ਬਾਣੀ ਵਿੱਚ ਨਹੀਂ ਆਖਿਆ ਕਿ ਅਕਲ ਤੋਂ, ਸੋਝੀ ਤੋਂ, ਸਮਝਣ ਤੋਂ ਬਿਨਾਂ ਤੂੰ ਠੀਕ ਹੈ। ਆਖਿਆ ਸਮਝਣ ਦੀ, ਵਿਚਾਰ ਕਰਨ ਦੀ ਕੋਸ਼ਿਸ਼ ਕਰ।
ਕਈ ਵਾਰ ਬਾਣੀ ਵਿੱਚ ਇਹ ਸ਼ਬਦ ਆਏ ਹਨ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਵਿਚਾਰ ਕੇ ਵੇਖੋ। ਸਭ ਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਭਾਵ ਗੁਰੂ ਮਹਾਰਾਜ ਸਾਨੂੰ ਵਿਚਾਰਵਾਨ ਬਣਨ ਦੀ ਪ੍ਰੇਰਨਾ ਕਰਦੇ ਨੇ। ਇੱਕ ਗੱਲ ਅਸੀਂ ਸਮਝਣੀ ਹੈ, ਭਾਵੇਂ ਕੋਈ ਮਨੁੱਖ ਸੰਸਾਰਕ ਵਿਦਿਆ ਬਹੁਤ ਪੜ੍ਹਿਆ ਹੋਵੇ, ਭਾਵੇਂ ਕੋਈ ਘੱਟ ਪੜ੍ਹਿਆ ਹੋਵੇ, ਤੇ ਭਾਵੇਂ ਕੋਈ ਬਿਲਕੁਲ ਵੀ ਨਾ ਮਾਤਰ ਪੜ੍ਹਿਆ ਹੋਵੇ, ਵਿਚਾਰਵਾਨ ਹਰ ਕੋਈ ਬਣ ਸਕਦਾ ਹੈ। ਕਿਉਂਕਿ ਵਿਚਾਰ ਮਨੁੱਖ ਨੇ ਆਪਣੀ ਬੁੱਧੀ ਨਾਲ ਕਰਨਾ ਹੈ, ਤੇ ਬੁੱਧੀ ਜੀਵਨ ਜਿਉਣ ਵਾਸਤੇ ਮਨੁੱਖ ਨੂੰ ਮੱਤ ਜਿਹੜੀ ਉਹ ਅਕਾਲ ਪੁਰਖ ਨੇ ਸਾਰਿਆਂ ਦੇ ਅੰਦਰ ਇਹ ਤਾਕਤ ਪਾਈ ਹੈ। ਤੋ ਭਾਵੇਂ ਕੋਈ ਘੱਟ ਪੜ੍ਹਿਆ, ਭਾਵੇਂ ਕੋਈ ਥੋੜਾ ਪੜ੍ਹਿਆ, ਭਾਵੇਂ ਕੋਈ ਨਾਮ ਮਾਤਰ ਪੜ੍ਹਿਆ, ਭਾਵੇਂ ਕੋਈ ਜ਼ਿਆਦਾ ਪੜ੍ਹਿਆ, ਭਾਵੇਂ ਕੋਈ ਬਹੁਤਾ ਜਾਣਦਾ ਹੈ, ਭਾਵੇਂ ਕੋਈ ਘੱਟ ਜਾਣਦਾ ਹੈ, ਵਿਚਾਰਵਾਨ ਕੋਈ ਵੀ ਬਣ ਸਕਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚ ਜਿਸ ਵੇਲੇ ਅਸੀਂ ਪੜ੍ਹਦੇ ਹਾਂ, ਤੁਸੀਂ ਵੇਖੋ ਵਿਦਵਾਨ ਪੰਡਿਤ ਜਨ ਜਿਹੜੇ ਧਰਮ ਸ਼ਾਸਤਰ ਤੇ ਗ੍ਰੰਥਾਂ ਦੇ ਬਹੁਤਾਤ ਜਾਣੂ ਸਨ, ਹੁਣ ਉਹਨਾਂ ਕੋਲ ਤਾਂ ਪਿਤਾ ਪੁਰਖੀ ਗਿਆਨ ਹੈ, ਪਿਤਾ ਪੁਰਖੀ ਵਿਦਿਆ ਹੈ, ਪਿਤਾ ਪੁਰਖੀ ਕਲਾ ਹੈ, ਇਹਨਾਂ ਗ੍ਰੰਥਾਂ ਦੇ ਗੂੜ ਗਿਆਤਾ ਨੇ। ਪਰ ਇੱਕ ਪਾਸੇ ਭਗਤ ਧੰਨਾ ਜੀ ਨੇ ਹਲ ਵਾਹੁਣ ਵਾਲੇ, ਆਪਣੀ ਖੇਤੀਬਾੜੀ ਕਰਨ ਵਾਲੇ, ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢਣ ਵਾਲੇ, ਆਪਣੀ ਕਿਰਤਕਾਰ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ, ਉਹਨਾਂ ਦਾ ਤਾਂ ਪਿਤਾ ਪੁਰਖੀ ਕਿੱਤਾ ਇਹੀ ਹੈ। ਵਿਦਵਾਨਾਂ ਦਾ ਪਿਤਾ ਪੁਰਖੀ ਕਿੱਤਾ ਵੀ ਜਨਮ ਸਿੱਧ ਹੀ ਉਹਨਾਂ ਨੂੰ ਪੜ੍ਹਨ ਵਾਸਤੇ ਗ੍ਰੰਥ ਮਿਲਦੇ, ਪੜ੍ਹਾਇਆ ਜਾਂਦਾ, ਸਿਖਾਇਆ ਜਾਂਦਾ, ਬਹੁਤ ਕੁਝ ਡੂੰਘੀਆਂ ਗੱਲਾਂ ਗ੍ਰੰਥਾਂ ਦੀਆਂ ਉਹਨਾਂ ਨੂੰ ਦੱਸੀਆਂ ਜਾਂਦੀਆਂ, ਉਹ ਹੌਲੀ 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 ਵਿਦਵਾਨ ਹੋ ਜਾਂਦੇ। ਇਹਨਾਂ ਦਾ ਪਿਤਾ ਪੁਰਖੀ ਕਿੱਤਾ ਹੈ, ਕਿਸੇ ਦੇ ਬਾਪ ਦਾਦੇ ਪੜਦਾਦੇ ਨਗੜ ਦਾਦੇ ਜਿਹੜੇ ਨੇ ਉਹ ਮਰੇ ਹੋਏ ਪਸ਼ੂ ਢੋਂਦੇ ਨੇ, ਉਹਨਾਂ ਦੀ ਖਲ ਲਾਉਂਦੇ ਨੇ, ਉਹਨਾਂ ਦੇ ਨਾਲ ਆਪਣਾ ਜੀਵਨ ਦਾ ਨਿਰਵਾਹ ਕਰਦੇ ਨੇ। ਇਹ ਕਿਰਤ ਹੈ। ਕਿਸੇ ਦਾ ਪਿਤਾ ਪੁਰਖੀ ਕਿੱਤਾ ਹੈ ਵੀ ਉਹ ਖੇਤੀਬਾੜੀ ਕਰਦੇ, ਜ਼ਿਮੀਂਦਾਰਾ ਕਰਦੇ, ਉਹਨਾਂ ਦੀ ਕਿਰਤ ਹੈ। ਹੁਣ ਜੇ ਅਸੀਂ ਇਸ ਪੱਖ ਤੋਂ ਦੋਨਾਂ ਧਿਰਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੀਏ, ਸਮਝੀਏ, ਤਾਂ ਭਗਤ ਕਬੀਰ ਸਾਹਿਬ ਜੀ ਦੇ ਪਰਿਵਾਰ ਵਿੱਚ, ਭਗਤ ਰਵਿਦਾਸ ਸਾਹਿਬ ਜੀ ਦੇ ਪਰਿਵਾਰ ਵਿੱਚ, ਭਗਤ ਧੰਨਾ ਜੀ, ਨਾਮਦੇਵ ਸਾਹਿਬ ਤਥਾ ਹੋਰ ਮਹਾਂਪੁਰਖਾਂ ਦੇ ਪਰਿਵਾਰ ਵਿੱਚ ਉਸ ਤਰ੍ਹਾਂ ਦਾ ਵਿਦਿਆ ਦਾ ਡੂੰਘਾ ਅਧਿਐਨ ਨਹੀਂ ਜਿਸ ਤਰ੍ਹਾਂ ਦਾ ਉਧਰ ਹੈ। ਕਿਉਂਕਿ ਇੱਧਰ ਤਾਂ ਆਪਣੀ ਪਿਤਾ ਪੁਰਖੀ ਕਿਰਤੀ ਸਿਖਾਈ ਜਾਣੀ ਹੈ ਜਨਮ ਤੋਂ ਲੈ ਕੇ, ਪਰ ਅਕਾਲ ਪੁਰਖ ਦੀ ਬਖਸ਼ਿਸ਼ ਕੀਤੀ ਹੋਈ ਸੋਝੀ ਦੇ ਨਾਲ, ਗੁਰੂ ਦੀ ਮੱਤ ਦੇ ਨਾਲ ਜੀਵਨ ਵਿੱਚ ਐਸਾ ਚਾਨਣ ਪਸਰਿਆ, ਉਹ ਏਡੇ ਵੱਡੇ ਵਿਚਾਰਵਾਨ ਹੋਏ ਵੀ ਉਹਨਾਂ ਨੇ ਉਹ ਭੇਤ ਲੱਭ ਲਏ ਜਿਹੜੇ ਵੱਡੇ ਵੱਡੇ ਧਾਰਮਿਕ ਗ੍ਰੰਥ ਪੜ੍ਹਨ ਵਾਲੇ ਗੁਣੀ ਗਿਆਨੀ ਨਾ ਜਾਣ ਸਕੇ। ਜਿਹੜੀ ਸਵੈ ਸੋਝੀ ਉਹਨਾਂ ਨੂੰ ਨਾ ਪ੍ਰਾਪਤ ਹੋਈ, ਉਹ ਇਹਨਾਂ ਨੂੰ ਹੋ ਗਈ। ਜਿਹੜੀ ਕਲਾ ਜੀਵਨ ਜਿਉਣ ਦੀ ਉਹ ਸਾਰੀ ਉਮਰ ਨਾ ਸਿੱਖ ਸਕੇ, ਇਹਨਾਂ ਮਹਾਨ ਪੁਰਖਾਂ ਨੇ ਆਪ ਵੀ ਉਹ ਕਲਾ ਹੰਢਾਈ ਤੇ ਦੂਸਰਿਆਂ ਨੂੰ ਵੀ ਦੱਸਿਆ ਵੀ ਐਵੇਂ ਜੀਵਿਆ ਜਾਂਦਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਗਿਆਨ ਇਹਨਾਂ ਮਹਾਨ ਪੁਰਖਾਂ ਨੂੰ ਸਾਧਾਰਨ ਕਿਰਤ ਕਰਦਿਆਂ ਹੋਇਆਂ ਪ੍ਰਾਪਤ ਹੋਇਆ, ਉਹਨਾਂ ਨੂੰ ਪ੍ਰਾਪਤ ਨਾ ਹੋਇਆ। ਇਹ ਸਾਡੇ ਸਾਹਮਣੇ ਕਿੰਨਾ ਵੱਡਾ ਪ੍ਰਮਾਣ ਹੈ। ਔਰ ਵੈਸੇ ਵੀ ਪੁਜਾਰੀ ਲੋਕ ਜਿਹੜੇ ਸਨ, ਉਹ ਜਨਮ ਸਿੱਧ ਅਧਿਕਾਰ ਸਮਝੀ ਬੈਠੇ ਸਨ ਵੀ ਧਰਮ ਗ੍ਰੰਥਾਂ ਨੂੰ ਪੜ੍ਹਨਾ ਤੇ ਇਹਨਾਂ ਦਾ ਪ੍ਰਚਾਰ ਕਰਨਾ ਇਹ ਸਾਡਾ ਕੰਮ ਹੈ, ਇਹ ਕੋਈ ਦੂਸਰੀ ਹੋਰ ਬਿਰਾਦਰੀ ਵਾਲਾ ਨਹੀਂ ਕਰ ਸਕਦਾ। ਇਹ ਸਦੀਆਂ ਤੋਂ ਉਹਨਾਂ ਨੇ ਆਪਣਾ ਇੱਕ ਇਉਂ ਕਹਿ ਲਵੋ ਕਿ ਅਧਿਕਾਰ ਸਮਝਿਆ ਹੋਇਆ, ਜਿਹੜਾ ਕਿਸੇ ਨੂੰ ਨਹੀਂ ਦਿੱਤਾ ਗਿਆ। ਧਰਮ ਗ੍ਰੰਥਾਂ ਨੂੰ ਜਿਨ੍ਹਾਂ ਨੂੰ ਧਰਮ ਗ੍ਰੰਥ ਕਿਹਾ ਜਾਂਦਾ ਹੈ, ਉਹਨਾਂ ਵਿੱਚ ਐਸੇ ਬੋਲ ਉਹਨਾਂ ਪਾ ਦਿੱਤੇ ਵੀ ਜੇ ਕੋਈ ਅਛੂਤ ਧਰਮ ਗ੍ਰੰਥ ਦਾ ਪਾਠ ਕਰੇ ਉਹਦੀ ਜ਼ਬਾਨ ਵੱਢ ਦੇਣੀ ਚਾਹੀਦੀ ਹੈ, ਤੇ ਜੇ ਕੋਈ ਉਹ ਧਰਮ ਗ੍ਰੰਥਾਂ ਦੇ ਮੰਤਰ ਸੁਣੇ ਤੇ ਸਿੱਕਾ ਢਾਲ ਕੇ ਉਹਦੇ ਕੰਨ 'ਚ ਪਾ ਦੇਣਾ ਚਾਹੀਦਾ, ਕਿਉਂਕਿ ਜਿਹੜਾ ਉਹਦਾ ਅਧਿਕਾਰ ਹੀ ਨਹੀਂ ਉਹ ਕੰਮ ਕਿਉਂ ਕਰਦਾ, ਉਹਨੂੰ ਹੱਕ ਨਹੀਂ ਇਹਨਾਂ ਕੰਮਾਂ ਦਾ। ਇਹ ਮਨੂ ਸਿਮਰਤੀ ਦੇ ਬੋਲ ਹਨ, ਉਸ ਵਿੱਚ ਬਾਕਾਇਦਾ ਇਹ ਗੱਲਾਂ ਲਿਖੀਆਂ ਹੋਈਆਂ ਨੇ। ਇਹਦਾ ਭਾਵ ਹੈ ਵੀ ਇੱਕ ਤਕੜੀ ਧਿਰ ਨੇ ਇਹ ਧਰਮ ਕਰਮ ਦਾ ਹੱਕ ਵੀ ਆਪਣੇ ਕੋਲ ਰੱਖ ਲਿਆ ਵੀ ਅਸੀਂ ਪੜਾਂਗੇ, ਅਸੀਂ ਹੀ ਗੱਲ ਕਰਾਂਗੇ, ਔਰ ਇੱਥੋਂ ਤੱਕ ਪੜਨ ਤੋਂ ਤੇ ਵਾਂਝਿਆਂ ਕੀਤਾ, ਸੁਣਨ ਤੋਂ ਵੀ ਕਰ ਦਿੱਤਾ। ਆਖਿਆ ਜਦੋਂ ਰੱਬ ਨੇ ਇਹਨਾਂ ਨੂੰ ਬਣਾਇਆ ਹੀ ਨੀਚ ਹੈ, ਸ਼ੂਦਰ ਹੈ, ਤਾਂ ਫਿਰ ਇਹਨਾਂ ਨੂੰ ਧਰਮ ਗ੍ਰੰਥ ਦਾ ਪਾਠ ਸੁਣਨ ਦਾ ਕੀ ਮਤਲਬ ਹੈ। ਕਿੱਡੀ ਵੱਡੀ ਇਨਕਲਾਬ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਸਾਹਮਣੇ ਰੱਖੀ ਹੈ। ਜਿਨ੍ਹਾਂ ਨੂੰ ਸਮੇਂ ਦਾ ਪੁਜਾਰੀ ਧਰਮ ਗ੍ਰੰਥ ਪੜਨ ਤੇ ਸੁਣਨ ਤੱਕ ਦੀ ਵੀ ਅਧਿਕਾਰ ਦੇਣ ਲਈ ਤਿਆਰ ਨਹੀਂ,
ਜਿਨ੍ਹਾਂ ਨੂੰ ਉਹ ਆਪਣੇ ਵਰਗੇ ਇਨਸਾਨ ਸਮਝਣ ਲਈ ਤਿਆਰ ਨਹੀਂ, ਪਰ ਉਹ ਸੱਚੇ ਹਨ, ਨੇਕ ਹਨ, ਰੱਬ ਦੇ ਪਿਆਰੇ ਹਨ। ਮੇਰੇ ਗੁਰੂ ਨਾਨਕ ਮਹਾਰਾਜ ਨੇ ਸੰਸਾਰ ਅੰਦਰ ਉਹਨਾਂ ਨੂੰ ਪੂਜਣ ਯੋਗ ਆਖਿਆ, ਪੂਜਣ ਯੋਗ ਮੰਨਿਆ, ਤੇ ਉਹਨਾਂ ਦਾ ਉਹ ਸਤਿਕਾਰ ਸੰਸਾਰ ਭਰ ਵਿੱਚ ਕਾਇਮ ਕਰ ਦਿੱਤਾ। ਮੇਰੇ ਹਜ਼ੂਰ ਦੀ ਪਾਵਨ ਬਾਣੀ ਨੇ ਇਹ ਗੱਲ ਆਖੀ, ਜਿਹੜੇ ਧਰਮ ਗ੍ਰੰਥ ਸੁਣਨ ਦਾ ਇਹਨਾਂ ਨੂੰ ਹੱਕ ਨਹੀਂ, ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹਨ ਤੇ ਵਿਚਾਰਨ ਦਾ ਇਹਨਾਂ ਨੂੰ ਅਧਿਕਾਰ ਨਹੀਂ ਸੀ ਦਿੱਤਾ ਸਦੀਆਂ ਤੋਂ ਪੁਜਾਰੀ ਨੇ, ਅਸੀਂ ਉਹਨਾਂ ਧਰਮ ਗ੍ਰੰਥਾਂ ਨੂੰ ਮੰਨਦੇ ਹੀ ਨਹੀਂ। ਵੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਇਥੋਂ ਤੱਕ ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਜਦੋਂ ਇਹ ਬਚਨ ਕਹੇ ਕਿ ਮੇਰਾ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਨੂੰ, ਉੱਚੇ ਜੀਵਨ ਨੂੰ ਪਿਆਰ ਕਰਦਾ ਹੈ, ਇਹ ਉਹ ਬਚਨ ਸਨ ਜਿਨ੍ਹਾਂ ਨੇ ਏਡਾ ਵੱਡਾ ਇਨਕਲਾਬ ਪੈਦਾ ਕਰਕੇ ਸੰਸਾਰ ਦੇ ਸਾਹਮਣੇ ਇਹ ਗੱਲ ਰੱਖ ਦਿੱਤੀ। ਖੈਰ, ਮੈਂ ਬੇਨਤੀ ਇਹ ਕਰ ਰਿਹਾ ਹਾਂ ਕਿ ਕਿਹੜੀ ਸੱਤਾ ਦੇ ਆਧਾਰ ਦੇ ਉੱਤੇ ਇਹਨਾਂ ਨੇ ਉਹਨਾਂ ਦੀ ਮਹਾਨ ਵਿਦਿਆ ਨੂੰ ਲਲਕਾਰ ਛੱਡਿਆ, ਕਿਉਂਕਿ ਅੰਦਰ ਵਿਚਾਰ ਸੀ। ਵਿਚਾਰਵਾਨ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇ ਕੋਈ ਮਨੁੱਖ ਬਹੁਤਾ ਧਰਮ ਗ੍ਰੰਥ ਜਾਂ ਕੋਈ ਵੀ ਗ੍ਰੰਥ ਪੜ੍ਹੀ ਜਾਏ ਪਰ ਉਹਦੀ ਵਿਚਾਰ ਨਾ ਕਰੇ, ਵਿਚਾਰਵਾਨ ਨਾ ਬਣੇ, ਤਾਂ ਉਹ ਲਕੀਰ ਦਾ ਫਕੀਰ ਹੀ ਬਣਦਾ ਜਾਂਦਾ ਹੈ, ਮਗਰ ਮਗਰ ਤੁਰਿਆ ਜਾਂਦਾ ਹੈ। ਕਰਮ ਉਹੀ ਕਰਦਾ ਜਿਹੜਾ ਉਹਦਾ ਸੁਭਾਅ ਹੁੰਦਾ ਹੈ, ਪੜ੍ਹੀ ਵੀ ਜਾਂਦਾ ਹੈ, ਕਰਮ ਵੀ ਕਰੀ ਜਾਂਦਾ ਹੈ। ਭਾਵ ਜੋ ਪੜ੍ਹ ਰਿਹਾ ਉਦੋਂ ਉਲਟੇ ਕੰਮ ਵੀ ਕਰੀ ਜਾਂਦਾ ਹੈ। ਕਿਉਂ? ਕਿਉਂਕਿ ਵਿਚਾਰਵਾਨ ਨਹੀਂ ਹੈ। ਜੋ ਪੜ੍ਹ ਰਿਹਾ ਹੈ, ਜੋ ਸੁਣ ਰਿਹਾ ਹੈ, ਜੋ ਸਮਝ ਰਿਹਾ ਹੈ, ਉਸ ਨੂੰ ਆਪਣੇ ਅੰਦਰ ਚਿੱਥਣ ਦੀ, ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਵਿਚਾਰਵਾਨ ਹੋਣਾ ਬਹੁਤ ਜ਼ਰੂਰੀ ਹੈ। ਪਰ ਸਤਿਗੁਰਾਂ ਨੇ ਆਖਿਆ ਕੋਈ ਵੀ ਬਣ ਸਕਦਾ ਸੰਸਾਰ ਦਾ ਮਨੁੱਖ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਇੱਥੋਂ ਤੱਕ ਮਹਾਰਾਜ ਨੇ ਕਹਿ ਦਿੱਤਾ। ਹੁਣ ਇਹ ਹੈ ਸੋਝੀ, ਸਮਰੱਥਾ ਆਪਣੇ ਅੰਦਰ ਪੈਦਾ ਕਰ ਲੈਣੀ, ਵਿਵੇਕ ਹਾਸਲ ਕਰ ਲੈਣਾ। ਮੈਂ ਦੀਜੈ ਬੁੱਧ ਵਿਵੇਕਾ। ਇੱਕ ਥਾਂ ਤੇ ਮਹਾਰਾਜ ਕਹਿੰਦੇ ਨੇ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਵੀ ਜੇ ਹੱਥੋਂ ਕੁਝ ਦੇਣਾ ਤਾਂ ਆਪਣੀ ਸੋਝੀ ਵਰਤ, ਕਿਤੇ ਇਹ ਨਾ ਹੋਵੇ ਤੇਰਾ ਦਿੱਤਾ ਹੋਇਆ ਕਿਸੇ ਦੇ ਜੀਵਨ ਨੂੰ ਤਬਾਹ ਕਰ ਜਾਏ। ਇਥੋਂ ਤੱਕ ਆਖਿਆ ਵੀ ਪੜ੍ਹਦਾ ਹੈ, ਸੁਣਦਾ ਹੈ, ਤਾਂ ਇਹ ਸਾਰਾ ਕੁਝ ਆਪਣੀ ਅੰਦਰ ਦੀ ਵਿਵੇਕ ਬੁੱਧ ਨਾਲ ਇਹਨੂੰ ਛਾਣਾ ਜ਼ਰੂਰ ਮਾਰਿਆ ਕਰ, ਇਹਨੂੰ ਸਮਝਿਆ ਜ਼ਰੂਰ ਕਰ, ਇਹਦੇ ਵਿੱਚੋਂ ਸੱਚ ਤੇ ਝੂਠ ਨੂੰ ਨਿਤਾਰਿਆ ਜ਼ਰੂਰ ਕਰ। ਇਸ ਵਾਸਤੇ ਮਹਾਰਾਜ ਨੇ ਆਖਿਆ ਅਕਲਨੀ ਪੜ੍ਹ ਕੇ ਬੁੱਝੀਐ। ਉਹਨੂੰ ਪੜ੍ਹੀਏ ਤੇ ਪੜ੍ਹ ਕੇ ਉਸ ਨੂੰ ਬੁੱਝ ਲਈਏ, ਕਿਉਂਕਿ ਬਾਣੀ ਦਾ ਉਪਦੇਸ਼ ਹੈ, ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਕੇਵਲ ਬਾਹਰੋਂ ਪੜ੍ਹਨ ਨਾਲ ਨਹੀਂ, ਉਸ ਨੂੰ ਬੁੱਝ ਕੇ ਵੀ ਇਸ ਵਿੱਚ ਕੀ ਹੈ, ਮੈਨੂੰ ਕੀ ਦੱਸਿਆ ਗਿਆ ਹੈ, ਮੇਰੇ ਜੀਵਨ ਵਿੱਚ ਇਹ ਗੱਲ ਕਿਵੇਂ ਮੇਰਾ ਭਲਾ ਕਰ ਸਕਦੀ ਹੈ। ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਇੱਕ ਬਚਨ ਹੋਰ ਕਿਹਾ ਹੈ, ਜਿੱਥੇ ਗੁਰੂ ਮਹਾਰਾਜ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ, ਅਸੀਂ ਸ਼ਬਦ ਪੜ੍ਹਦੇ ਹਾਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਨਹੀਂ, ਇਹ ਵਿਸਰਾਮ ਗਲਤ ਹੈ। ਸੰਸਾਰ ਦਾ ਹਰ ਵਿਦਿਆ ਨਾਲ, ਗਿਆਨ ਨਾਲ, ਨੌਲੇਜ ਨਾਲ ਜੁੜਿਆ ਹੋਇਆ ਬੰਦਾ ਜ਼ਰੂਰੀ ਨਹੀਂ ਪਰਉਪਕਾਰੀ ਹੋਵੇ, ਜ਼ਰੂਰੀ ਨਹੀਂ। ਇੱਕ ਡਾਕਟਰ ਐਸੇ ਮੁਲਕਾਂ ਦੇ ਵਿੱਚ ਮਨੁੱਖ ਦੀ ਕਿਡਨੀ ਕੱਢ ਦਿੰਦਾ, ਵੇਚ ਦਿੰਦਾ ਮਹਿੰਗੇ ਭਾਅ ਦੇ ਵਿੱਚ। ਇੱਕ ਮਨੁੱਖ ਦੇ ਸਰੀਰ ਦੇ ਅੰਗ ਦੀ ਤਸਕਰੀ ਹੋ ਰਹੀ ਹੈ। ਇੱਕ ਗਿਆਨਵਾਨ, ਜਾਣਕਾਰ, ਕਿਸੇ ਵੀ ਵਿਦਿਆ ਵਿੱਚ ਨਿਪੁੰਨ ਬੰਦਾ ਜਿਹੜਾ ਹੈ, ਉਹ ਦੂਸਰੇ ਨਾਲ ਆਪਣੀ, ਉਹ ਸਮਝਦਾ ਵੀ ਇਹਨੂੰ ਪਤਾ ਕੱਖ ਨਹੀਂ, ਉਹ ਆਪਣੇ ਗਿਆਨ ਦੇ ਸਹਾਰੇ ਉਹਨੂੰ ਬੇਵਕੂਫ ਬਣਾ ਕੇ ਲੁੱਟ ਲੈਂਦਾ। ਕੋਈ ਜ਼ਰੂਰੀ ਤੇ ਨਹੀਂ ਨਾ ਦੁਨੀਆ ਦਾ ਹਰ ਵਿਚਾਰ, ਵਿਦਿਆ ਨੂੰ ਸਮਝਣ ਵਾਲਾ, ਗਿਆਨ ਨਾਲ ਸੰਬੰਧਿਤ ਬੰਦਾ, ਨੌਲੇਜ ਹਾਸਲ ਕਰਨ ਵਾਲਾ ਬੰਦਾ ਦੂਸਰੇ ਨਾਲ ਪਰਉਪਕਾਰ ਕਰੇ। ਇੱਥੇ ਗੁਰੂ ਨੇ ਕੰਡੀਸ਼ਨ ਲਾਈ ਹੈ, ਆਖਿਆ ਵਿਦਿਆ ਵਿਚਾਰੀ ਤਾਂ, ਤੂੰ ਵਿਦਿਆ ਦਾ ਵਿਚਾਰਵਾਨ ਤਾਂ ਹੈ, ਤੂੰ ਸਿਆਣਾ ਤਾਂ ਸਮਝਿਆ ਜਾਏਗਾ, ਤੈਨੂੰ ਮੈਂ ਪੜ੍ਹਿਆ ਲਿਖਿਆ ਤਾਂ ਮੰਨਾਂਗਾ ਜੇ ਤੂੰ ਆਪਣੇ ਗਿਆਨ, ਆਪਣੀ ਵਿਦਿਆ ਨਾਲ ਕੀ ਕਰਦਾ ਹੈ, ਪਰਉਪਕਾਰੀ। ਜੇ ਤੂੰ ਪਰਉਪਕਾਰ ਕਰਦਾ ਹੈ, ਨਹੀਂ ਤਾਂ ਤੂੰ ਸ਼ਿਕਾਰ ਹੀ ਕਰੇਗਾ ਨਾ। ਜਿਵੇਂ ਇੱਕ ਸ਼ਿਕਾਰੀ ਕੋਲ ਹਥਿਆਰ ਹੁੰਦਾ, ਉਹ ਹਥਿਆਰ ਨਾਲ ਸ਼ਿਕਾਰ ਕਰਦਾ। ਕਿਸੇ ਕੋਲ ਦੌਲਤ ਦਾ ਹਥਿਆਰ ਹੈ ਕਿਸੇ ਨੂੰ ਸ਼ਿਕਾਰ ਕਰਨ ਲਈ, ਕਿਸੇ ਕੋਲ ਗਿਆਨ, ਨੌਲੇਜ ਦਾ ਹਥਿਆਰ ਹੈ ਕਿਸੇ ਨੂੰ ਸ਼ਿਕਾਰ ਕਰਨ ਲਈ। ਮਕਸਦ ਤਾਂ ਇੱਕੋ ਹੀ ਹੈ ਨਾ, ਵੀ ਅਸੀਂ ਕਿਸੇ ਨੂੰ ਸ਼ਿਕਾਰ ਬਣਾਉਣਾ ਹੈ, ਕਿਸੇ ਰਾਹੀਂ ਆਪਣਾ ਸਵਾਰਥ ਪੂਰਾ ਕਰਨਾ ਹੈ,
ਕਿਸੇ ਮਨੁੱਖ ਨੂੰ ਆਪਣਾ ਗੁਲਾਮ ਬਣਾਉਣਾ ਹੈ, ਕਿਸੇ ਨੂੰ ਭਰਮ ਵਿੱਚ ਫਸਾਉਣਾ ਹੈ। ਤਾਂ ਇਹ ਗੁਰੂ ਮਹਾਰਾਜ ਕਹਿੰਦੇ ਪਰਉਪਕਾਰ ਤਾਂ ਨਾ ਹੋਇਆ, ਇਹ ਪਰਉਪਕਾਰ ਤੇ ਨਾ ਹੋਇਆ। ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ ਵੀ ਤੇ ਦੱਸਣ ਵਾਲੇ ਵੀ ਕਈ ਵਾਰ ਦੁਨੀਆ ਨੂੰ ਆਪਣੇ ਗਿਆਨ ਦੀ ਤਾਕਤ ਨਾਲ ਪਰਉਪਕਾਰ ਕਰਨ ਦੀ ਬਜਾਏ ਸ਼ਿਕਾਰ ਕਰਦੇ ਨੇ, ਸ਼ਿਕਾਰ ਕਰਦੇ ਨੇ। ਮਨਮਤੀ ਗੱਲਾਂ ਦੇ ਨਾਲ, ਵਹਿਮ ਭਰਮ ਤੇ ਅੰਧ ਵਿਸ਼ਵਾਸ ਫੈਲਾ ਕੇ ਸੰਸਾਰ ਦੇ ਲੋਕਾਂ ਨੂੰ ਲੁੱਟਣ ਦੀ ਖਾਤਰ ਗੱਲ ਹੋਰ ਦੀ ਹੋਰ ਬਣਾ ਕੇ ਇਸ ਢੰਗ ਦੇ ਨਾਲ ਭਰਮ ਜਾਲ ਵਿੱਚ ਫਸਾਉਂਦੇ ਨੇ ਵੀ ਆਪ ਰੱਬ ਬਣ ਬੈਠਦੇ ਨੇ ਜਾਂ ਰੱਬ ਦੇ ਏਜੰਟ ਬਣ ਬੈਠਦੇ ਨੇ। ਉਹ ਕੀ ਕਰ ਰਹੇ ਨੇ? ਐਸੇ ਮੇਰੇ ਵਰਗੇ ਇਨਸਾਨ ਲੁੱਟ ਹੀ ਰਹੇ ਨੇ ਨਾ, ਸ਼ਿਕਾਰ ਖੇਡ ਰਹੇ ਨੇ ਨਾ ਗਿਆਨ ਦੇ ਰਾਹੀਂ। ਉਹਨਾਂ ਕੋਲ ਗਿਆਨ ਦਾ ਹਥਿਆਰ ਹੈ, ਜਿਹਨੂੰ ਨਹੀਂ ਪਤਾ ਉਹਦਾ ਸ਼ਿਕਾਰ ਕਰ ਲਿਆ। ਸੋ ਗੁਰੂ ਮਹਾਰਾਜ ਕਹਿੰਦੇ ਨੇ ਤੂੰ ਵਿਦਿਆ ਦਾ ਵਿਚਾਰਵਾਨ ਤਦੋਂ ਹੈ ਜੇ ਤੂੰ ਪਰਉਪਕਾਰੀ ਹੈ। ਜੇ ਪਰਉਪਕਾਰੀ ਨਹੀਂ ਤੂੰ, ਜੇ ਤੇਰੇ ਅੰਦਰ ਕਿਸੇ ਪ੍ਰਤੀ ਇਹ ਭਾਵਨਾ ਨਹੀਂ, ਕਿਸੇ ਦਾ ਭਲਾ ਲੋਚਣ ਦੀ ਖੁਆਹਿਸ਼ ਹੀ ਨਹੀਂ ਤੇ ਕਰਮ ਨਹੀਂ ਕਰਦਾ ਤੂੰ ਐਸਾ, ਫਿਰ ਤੂੰ ਸਮਝ ਵੀ ਤੈਨੂੰ ਕੱਖ ਵੀ ਨਹੀਂ ਪਤਾ। ਫਿਰ ਤਾਂ ਤੇਰੇ ਪੜ੍ਹੇ ਹੋਏ ਦਾ ਕੋਈ ਲਾਭ ਹੀ ਨਾ ਹੋਇਆ, ਤੇਰੇ ਸਿਆਣੇ ਹੋਣ ਦਾ ਫਿਰ ਕੋਈ ਪ੍ਰਮਾਣ ਤੇ ਹੋਇਆ ਹੀ ਨਾ। ਸੋ ਇਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਾ ਉਹ ਵਾਕ। ਹੁਣ ਇਸ ਤੋਂ ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੀਆਂ ਪੰਕਤੀਆਂ, ਐਸੇ ਉਪਦੇਸ਼ ਵੀ ਮੌਜੂਦ ਨੇ ਜਿੱਥੇ ਮਹਾਰਾਜ ਨੇ ਆਖਿਆ ਵੀ ਬਹੁਤੀਆਂ ਸਿਆਣਪਾਂ ਨਾ ਵਿਖਾ। ਅਸੀਂ ਜਪ ਬਾਣੀ ਦਾ, ਜਿਹਨੂੰ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਆ, ਪਹਿਲੀ ਪੌੜੀ ਤੁਸੀਂ ਪੜ੍ਹਦੇ ਹੋ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਹਸ ਦਾ ਅਰਥ ਹੈ ਹਜ਼ਾਰਾਂ, ਸਿਆਣਪਾਂ ਦਾ ਅਰਥ ਹੈ ਚਤੁਰਾਈਆਂ। ਹੁਣ ਇੱਥੇ ਭਾਵ ਹੈ, ਹੁਣ ਵੇਖੋ ਇੱਕ ਮਨੁੱਖ, ਦੋ ਮੁਹਾਵਰੇ ਨੇ ਸਾਡੀ ਭਾਸ਼ਾ ਦੇ, ਮਹਾਰਾਜ ਨੇ ਦੋਵੇਂ ਬਾਣੀ ਚ ਵਰਤੇ ਨੇ। ਇੱਕ ਮਨੁੱਖ ਹੈ, ਉਹ ਚੰਗਾ ਕੰਮ ਨਹੀਂ ਕਰਦਾ, ਹਰ ਕੰਮ ਵਿਗਾੜ ਦਿੰਦਾ ਹੈ, ਚੰਗੇ ਢੰਗ ਨਾਲ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਜਿਹੜੇ ਉਹਦੇ ਫਰਜ਼ ਨੇ ਉਹ ਪੂਰੇ ਨਹੀਂ ਕਰਦਾ। ਕਈ ਵਾਰ ਬੱਚਾ ਘਰ ਵਿੱਚ ਆਖੇ ਨਾ ਲੱਗੇ, ਕੰਮ ਸਹੀ ਨਾ ਕਰੇ, ਅਸੀਂ ਉਸ ਬੱਚੇ ਨੂੰ ਕਹਿੰਦੇ ਹਾਂ ਸਿਆਣਾ ਬਣ, ਸਿਆਣਾ ਬਣ, ਤੈਨੂੰ ਸਿਆਣਪ ਦੀ ਲੋੜ ਹੈ, ਕੋਈ ਅਕਲ ਕਰ, ਕੋਈ ਚੰਗਾ ਕੰਮ ਕਰ, ਸਿਆਣਪ ਤੋਂ ਬਿਨਾਂ ਜੀਵਨ ਦਾ ਭਲਾ ਨਹੀਂ ਹੋਣਾ। ਹੁਣ ਉੱਥੇ ਸਾਡੀ ਭਾਵਨਾ ਕੀ ਹੁੰਦੀ ਹੈ ਵੀ ਇਹ ਬੱਚਾ ਜਿਹੜਾ ਬੇਸਮਝੀ ਛੱਡੇ, ਗੱਲ ਨੂੰ ਸਮਝੇ, ਗੰਭੀਰ ਸਿਆਣਾ ਬਣੇ, ਅਕਲਮੰਦ ਬਣੇ, ਤਾਂ ਕਿ ਸਾਰੀ ਉਮਰ ਇਹੋ ਜਿਹੀਆਂ ਭੁੱਲਾਂ ਨਾ ਕਰੇ। ਸਾਡੀ ਭਾਵਨਾ ਇਹ ਹੁੰਦੀ ਹੈ ਨਾ। ਹੁਣ ਦੂਜੇ ਪਾਸੇ ਆਈਏ, ਇੱਕ ਇਨਸਾਨ ਜਾਂ ਸਾਡਾ ਬੱਚਾ ਸਾਡੇ ਨਾਲ ਚਤੁਰਾਈ ਖੇਡੇ, ਹਰ ਗੱਲ ਵਿੱਚ ਉਹ ਸਾਨੂੰ ਮੂਰਖ ਸਮਝਣ ਦੀ ਕੋਸ਼ਿਸ਼ ਕਰੇ ਤੇ ਹਰ ਗੱਲ ਵਿੱਚ ਸਾਡੇ ਨਾਲ ਝੂਠ ਤੇ ਚਤੁਰਾਈ ਕਰਕੇ ਸਾਨੂੰ ਉਹ ਨੀਵਾਂ ਵਿਖਾਏ, ਤੇ ਅਸੀਂ ਉਸ ਬੱਚੇ ਨੂੰ ਕਹਿੰਦੇ ਨੇ ਤੂੰ ਬਹੁਤਾ ਸਿਆਣਾ ਨਾ ਬਣਿਆ ਕਰ। ਹੁਣ ਜੇ ਕੋਈ ਪੁੱਛਣ ਵਾਲਾ ਆ ਕੇ ਵੀ ਹੱਦ ਹੋ ਗਈ, ਇੱਕ ਬੱਚੇ ਨੂੰ ਤੁਸੀਂ ਕਹਿੰਦੇ ਹੋ ਸਿਆਣਾ ਬਣ, ਦੂਜੇ ਬੱਚੇ ਨੂੰ ਕਹਿੰਦੇ ਹੋ ਸਿਆਣਾ ਨਾ ਬਣਿਆ ਕਰ, ਬਹੁਤੀ ਸਿਆਣਪ ਨਾ ਵਿਖਾਇਆ ਕਰ। ਹੁਣ ਗੱਲਾਂ ਤਾਂ ਇੱਕੋ ਜਿਹੀਆਂ ਹੀ ਨੇ, ਮੁਹਾਵਰਾ ਤਾਂ ਇੱਕੋ ਹੀ ਹੈ, ਪਰ ਉਹਦੀ ਵਰਤੋਂ ਵੱਖਰੇ ਵੱਖਰੇ ਢੰਗ ਨਾਲ ਹੋਈ। ਇੱਕ ਨੂੰ ਅਸੀਂ ਕਹਿ ਰਹੇ ਹਾਂ ਵੀ ਸਿਆਣਾ ਬਣ, ਦੂਸਰੇ ਨੂੰ ਕਹਿ ਰਹੇ ਹਾਂ ਵੀ ਬਹੁਤੀਆਂ ਸਿਆਣਪਾਂ ਨਾ ਵਿਖਾਇਆ ਕਰ। ਇਹਦਾ ਕੀ ਮਤਲਬ ਹੋਇਆ? ਹੁਣ ਜੇ ਸਾਨੂੰ ਕੋਈ ਪੁੱਛੇ, ਹੁਣ ਆਪਾਂ ਨੂੰ ਤਾਂ ਪਤਾ ਹੈ ਵੀ ਸਾਡੀ ਭਾਸ਼ਾ ਦੇ ਵਿੱਚ ਇਹ ਦੋਵੇਂ ਗੱਲਾਂ ਜਿਹੜੀਆਂ ਨੇ ਕਿੱਥੇ ਕਿੱਥੇ ਵਰਤੀਆਂ ਜਾਣ, ਦੋਵੇਂ ਵੱਖਰੇ ਵੱਖਰੇ ਜਗ੍ਹਾ ਤੇ ਵਰਤੀਆਂ ਗਈਆਂ ਨੇ ਤੇ ਵੱਖਰੇ ਵੱਖਰੇ ਮਾਹੌਲ ਤੇ ਹਾਲਾਤ ਵਿੱਚ ਵਰਤੀਆਂ ਗਈਆਂ ਨੇ, ਵੱਖਰੇ ਵੱਖਰੇ ਮਾਨਸਿਕ ਪੱਧਰ ਉੱਤੇ ਤੇ ਵੱਖਰੀ ਵੱਖਰੀ ਗੱਲ ਉੱਤੇ ਵਰਤੀਆਂ ਗਈਆਂ ਨੇ। ਪਰ ਵੈਸੇ ਜੇ ਕੋਈ ਸੁਣੇ ਤਾਂ ਉਹ ਆਖੇਗਾ ਸ਼ਬਦ ਇੱਕੋ ਹੀ ਹੈ। ਇੱਕ ਨੂੰ ਕਹਿ ਰਹੇ ਨੇ ਸਿਆਣਾ ਬਣ, ਦੂਜੇ ਨੂੰ ਕਹਿ ਰਹੇ ਨੇ ਬਹੁਤੀਆਂ ਸਿਆਣਪਾਂ ਨਾ ਵਿਖਾ। ਤਾਂ ਅਸੀਂ ਉਹਨੂੰ ਸਮਝਾਵਾਂਗੇ ਨਾ ਵੀ ਇਹ ਬੱਚਾ ਗਲਤੀਆਂ ਕਰਦਾ ਹੈ, ਭੁੱਲਾਂ ਕਰਦਾ ਹੈ, ਇਹ ਬੱਚਾ ਸਮਝਦਾ ਨਹੀਂ ਗੱਲ, ਇਹਨੂੰ ਇਸ ਕਰਕੇ ਕਿਹਾ ਵੀ ਸਿਆਣਾ ਬਣ, ਅਕਲ ਕਰ, ਚੰਗੇ ਢੰਗ ਨਾਲ ਕੰਮ ਕਰ ਤਾਂ ਕਿ ਤੂੰ ਭੁੱਲਾਂ ਨਾ ਕਰੇ, ਤੇਰੇ ਜੀਵਨ ਵਿੱਚ ਕੋਈ ਬਾਅਦ ਵਿੱਚ ਤੈਨੂੰ ਰੁਕਾਵਟ ਨਾ ਸਹਿਣੀ ਪਵੇ। ਦੂਸਰਾ ਬੱਚਾ ਜਿਹੜਾ ਹੈ ਉਹ ਕੰਮ ਤੇ ਸਹੀ ਕਰ ਸਕਦਾ ਹੈ, ਉਹਨੂੰ ਇੰਨਾ ਪਤਾ ਤੇ ਹੈ, ਉਹਨੂੰ ਗਿਆਨ ਤੇ ਹੈ, ਨੌਲੇਜ ਤੇ ਹੈ, ਪਰ ਉਹ ਹਰ ਗੱਲ ਵਿੱਚ ਸਾਨੂੰ ਮੂਰਖ ਸਮਝਦਾ ਹੈ, ਸਾਡੀ ਹਰ ਗੱਲ ਨੂੰ ਪੁੱਠੇ ਢੰਗ ਨਾਲ ਤੇ ਸਾਨੂੰ ਇਵੇਂ ਉਹ ਪਛਾਣ ਤੱਕਣ ਦੀ ਕੋਸ਼ਿਸ਼ ਕਰਦਾ ਹੈ, ਯਾਨੀ ਕਿ ਆਪਣੀ ਚਤੁਰਾਈ ਦੇ ਨਾਲ, ਆਪਣੀ ਚਲਾਕੀ ਦੇ ਨਾਲ ਉਹ ਸਾਡੇ ਨਾਲ ਵਿਹਾਰ ਕਰਦਾ ਹੈ। ਉੱਥੇ ਅਸੀਂ ਸਿਆਣਪ ਸ਼ਬਦ ਜਿਹੜਾ ਹੈ ਨਾ ਅਕਲ ਵਾਸਤੇ ਨਹੀਂ ਵਰਤਦੇ, ਉੱਥੇ ਸਿਆਣਪ ਸ਼ਬਦ ਕਿਹਦੇ ਲਈ ਵਰਤਦੇ ਆ? ਚਲਾਕੀ ਵਾਸਤੇ, ਚਤੁਰਾਈ ਵਾਸਤੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਿਤੇ ਤੇ ਸਾਨੂੰ ਇਹ ਕਹਿੰਦੇ ਨੇ
ਵੀ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚੈ ਦਾਨ, ਨਾਨਕ ਆਖੈ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਜਿੱਥੇ ਮਹਾਰਾਜ ਸਾਨੂੰ ਵੇਖਦੇ ਨੇ ਨਾ ਵੀ ਇਹ ਬੰਦੇ ਭੁੱਲਾਂ ਕਰ ਰਹੇ ਨੇ, ਗਲਤੀਆਂ ਕਰ ਰਹੇ ਨੇ, ਇਨਸਾਨ ਸਹੀ ਰਾਹ ਤੇ ਨਹੀਂ ਤੁਰ ਰਿਹਾ, ਸਮਝ ਨਹੀਂ ਰਿਹਾ ਕੁਝ, ਉੱਥੇ ਸਾਨੂੰ ਕਹਿੰਦੇ ਨੇ ਬੰਦਿਆ ਸਿਆਣਾ ਬਣ, ਅਕਲ ਕਰ। ਅਕਲ ਤੇ ਸਿਆਣਾ ਬਣਨਾ ਇੱਕੋ ਹੀ ਗੱਲ ਹੈ। ਉੱਥੇ ਸਾਨੂੰ ਆਖਿਆ ਸਿਆਣਾ ਬਣ, ਅਕਲ ਕਰ, ਕੁਝ ਅਕਲ ਨਾਲ ਕੰਮ ਕਰ, ਸਮਝ ਕੇ ਕੰਮ ਕਰ। ਤੇ ਜਿੱਥੇ ਸਾਡੀਆਂ ਚਲਾਕੀਆਂ ਵੱਲ ਵੇਖਦੇ ਨੇ ਨਾ, ਚਤੁਰਾਈਆਂ ਵੱਲ ਵੇਖਦੇ ਨੇ, ਉੱਥੇ ਮਹਾਰਾਜ ਫਿਰ ਦੂਸਰਾ ਮੁਹਾਵਰਾ ਸਾਡੇ ਉੱਤੇ ਢੁਕਾ ਕੇ ਕਹਿੰਦੇ ਨੇ ਬਹੁਤੀਆਂ ਸਿਆਣਪਾਂ ਨਾ ਵਿਖਾ, ਬਹੁਤੀਆਂ ਚਲਾਕੀਆਂ ਚੁਸਤੀਆਂ ਨਾ ਕਰ। ਉੱਥੇ ਸਿਆਣਪ ਸ਼ਬਦ ਜਿਹੜਾ ਉਹ ਚਲਾਕੀ ਤੇ ਚਤੁਰਾਈ ਵਾਸਤੇ ਆਇਆ, ਅਕਲਮੰਦੀ ਵਾਸਤੇ ਨਹੀਂ ਆਇਆ। ਅਕਲਮੰਦ ਹੋਣਾ ਤੇ ਖੂਬੀ ਹੈ, ਗੁਣ ਹੈ, ਪਰ ਚਲਾਕੀ ਤੇ ਚਤੁਰਾਈ ਕਰਨੀ ਔਗਣ ਹੈ। ਵੀ ਹਰ ਮਨੁੱਖ ਨੂੰ ਮੂਰਖ ਸਮਝ ਕੇ ਉਹਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਨਾ ਵੀ ਇਹਨੂੰ ਪਤਾ ਕੱਖ ਨਹੀਂ, ਮੈਂ ਇਹਨੂੰ ਮੂਰਖ ਬਣਾ ਲਵਾਂ, ਇਹਨੂੰ ਬੇਵਕੂਫ ਬਣਾ ਲਵਾਂ, ਇਸ ਮਨੁੱਖ ਨਾਲ ਆਪਣੀ ਚਤੁਰਾਈ ਤੇ ਚਲਾਕੀ ਦੇ ਨਾਲ ਇਹਨੂੰ ਪਛਾਣ ਤੱਕ ਕੇ ਅੱਗੇ ਲੰਘ ਜਾਵਾਂ, ਇਹਨੂੰ ਭੁਲੇਖੇ 'ਚ ਪਾ ਦਿਆਂ। ਉਹਨੂੰ ਕਿਹਾ ਜਾਂਦਾ ਹੈ, ਉਸ ਚਤੁਰਾਈ ਤੇ ਚਲਾਕੀ ਨੂੰ ਕਈ ਵਾਰ ਆਪਾਂ ਸਿਆਣਪ ਵੀ ਕਹਿ ਦਿੰਦੇ, ਸਿਆਣਪ ਵਿਖਾ ਰਿਹਾ। ਇਸ ਭਾਵ ਦੇ ਵਿੱਚ ਮਹਾਰਾਜ ਨੇ ਸ਼ਬਦ ਵਰਤੇ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਐਸੀਆਂ ਹਜ਼ਾਰਾਂ ਵੀ, ਸਹਿਸ ਦਾ ਅਰਥ ਹੈ ਹਜ਼ਾਰਾਂ, ਹਜ਼ਾਰਾਂ ਚਲਾਕੀਆਂ ਤੇ ਚਤੁਰਾਈਆਂ ਵੀ ਤੇਰੇ ਕੋਲ ਹੋਣ ਨਾ, ਤਾਂ ਰੱਬ ਦੇ ਰਾਹ ਤੇ ਤੁਰਨ ਵਾਸਤੇ ਇਹਨਾਂ ਚੋਂ ਇੱਕ ਵੀ ਤੇਰੇ ਨਾਲ ਨਹੀਂ ਨਿਭਣ ਵਾਲੀ, ਇੱਕ ਵੀ। ਕਿਉਂਕਿ ਇਹਦੋਂ ਪਹਿਲਾਂ 3 ਗੱਲਾਂ ਦਾ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਅੱਗੇ ਆਖਿਆ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। 3 ਚੀਜ਼ਾਂ ਗਿਣ ਦਿੱਤੀਆਂ, ਆਖਿਆ ਜੀ ਇਹੋ ਜਿਹੀਆਂ ਉੱਪਰ ਵਾਲੀਆਂ, ਜੇ ਐਸੀਆਂ ਹੋਰ ਵੀ ਹਜ਼ਾਰਾਂ ਚਲਾਕੀਆਂ ਤੇ ਚਤੁਰਾਈਆਂ ਤੋਂ ਪੱਲੇ ਬੰਨ ਲਵੇਂ ਨਾ, ਤੇ ਇਹ ਚਲਾਕੀਆਂ ਚਤੁਰਾਈਆਂ ਇੱਕ ਵੀ ਤੇਰੇ ਨਾਲ ਨਹੀਂ ਚੱਲਣਗੀਆਂ, ਤੇਰਾ ਸਾਥ ਨਹੀਂ ਦੇਣਗੀਆਂ, ਤੇਰਾ ਰੱਬ ਨਾਲ ਮਿਲਾਪ ਨਹੀਂ ਕਰਵਾ ਸਕਣਗੀਆਂ। ਅੱਗੇ ਚਲੇ ਜਾਈਏ, ਰਾਗ ਗੌੜੀ ਦੇ ਵਿੱਚ ਭਗਤ ਬਾਣੀ 'ਚ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ। ਉੱਥੇ ਕਹਿੰਦੇ ਨੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਅੱਗੇ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਉੱਥੇ ਸਿਆਣਪ ਦੀ ਜਗ੍ਹਾ ਸਿੱਧਾ ਚਤੁਰਾਈ ਸ਼ਬਦ ਹੀ ਵਰਤ ਦਿੱਤਾ। ਅੱਗੇ ਚੱਲੀਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਦਾ ਆਪਾਂ ਜਦੋਂ ਪਾਠ ਕਰਦੇ, 40 ਪੌੜੀਆਂ ਨੇ ਉਸ ਦੀਆਂ। ਅਸੀਂ ਆਮ ਤੌਰ ਉੱਤੇ 6 ਪੌੜੀਆਂ ਦਾ ਜਿਹੜਾ ਸੰਖੇਪ ਪਾਠ ਕਰਦੇ ਹਾਂ, ਪਰ ਸਾਰੀ ਬਾਣੀ ਜਿਹੜੀ ਹੈ ਉਹ 40 ਪੌੜੀਆਂ ਵਿੱਚ ਹੈ। 40 ਪੌੜੀਆਂ ਦੇ ਵਿੱਚੋਂ ਇੱਕ ਪੌੜੀ ਅਸੀਂ ਪਾਠ ਕਰਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜੇ ਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਹੁਣ ਇੱਥੇ ਵੀ ਸਤਿਗੁਰਾਂ ਨੇ ਚਤੁਰਾਈ ਸ਼ਬਦ ਵਰਤ ਦਿੱਤਾ। ਮੇਰਾ ਕਹਿਣ ਤੋਂ ਭਾਵ ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੋਈ ਵੀ ਸ਼ਬਦ ਜਿਸ ਵੇਲੇ ਆਉਂਦਾ ਹੈ ਤੇ ਉਹ ਵੇਖਣਾ ਹੁੰਦਾ ਹੈ ਵੀ ਇਹ ਸ਼ਬਦ ਜਿਹੜਾ ਹੈ ਕਿੱਥੇ ਆਇਆ, ਕਿਹੜੀ ਪੰਕਤੀ 'ਚ ਆਇਆ ਤੇ ਉੱਥੇ ਕਿਹੜੀ ਗੱਲ ਚੱਲ ਰਹੀ ਹੈ। ਉਹਦੇ ਅਰਥ ਉਹਦੇ ਹਿਸਾਬ ਨਾਲ ਹੁੰਦੇ ਨੇ। ਜਿਵੇਂ ਬੇਨਤੀ ਕਰ ਹੀ ਦਿੱਤੀ ਹੈ ਵੀ ਸਿਆਣਪ ਦੇ ਅਰਥ ਅਸੀਂ ਆਮ ਬੋਲਚਾਲ 'ਚ ਵੀ ਕਈ ਵਾਰ ਦੋ ਅਰਥਾਂ ਦੇ ਵਿੱਚ ਲੈ। ਹੁਣ ਜਿਵੇਂ ਅਸੀਂ ਇੱਕ ਬਚਨ ਪੜ੍ਹਦੇ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਹੁਣ ਇੱਥੇ ਪਸ਼ੂ ਕਿਹੜਾ ਅੰਮ੍ਰਿਤ ਦਿੰਦਾ ਹੈ, ਭਾਵ ਮਿੱਠਾ ਦੁੱਧ ਦਿੰਦਾ ਹੈ। ਉੱਥੇ ਦੁੱਧ ਨੂੰ ਅੰਮ੍ਰਿਤ ਨਾਲ ਤੁਲਨਾ ਦੇ ਦਿੱਤੀ। ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਉੱਥੇ ਗੁਰੂ ਦੇਵ ਆਖਦੇ ਨੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਕਿ ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤ ਛਕਦਾ ਹੈ। ਹੁਣ ਉਹ 36 ਪ੍ਰਕਾਰ ਦੇ ਅੰਮ੍ਰਿਤ ਕਿਹਨੂੰ ਕਹੇ, ਪਦਾਰਥਾਂ ਨੂੰ, ਸਵਾਦਲੇ, ਮਿੱਠੇ, ਖੱਟੇ, ਹਰ ਤਰ੍ਹਾਂ ਦੇ ਜਿਹੜੇ ਤੂੰ ਸਵਾਦਲੇ ਪਕਵਾਨ ਪਦਾਰਥ ਭੋਜਨ ਛਕਦਾ ਹੈ। ਉੱਥੇ 36 ਪ੍ਰਕਾਰ ਦੇ ਭੋਜਨਾਂ ਨੂੰ ਅੰਮ੍ਰਿਤ ਕਹਿ ਦਿੱਤਾ, ਉੱਥੇ ਦੁੱਧ ਨੂੰ ਅੰਮ੍ਰਿਤ ਕਹਿ ਦਿੱਤਾ। ਹੁਣ ਜੇ ਆਪਾਂ ਇਹਦੇ ਅਰਥ ਰਲ ਗੱਡ ਕਰ ਲਈਏ ਤੇ ਗੱਲ ਨਹੀਂ ਨਾ ਬਣੇਗੀ। ਪਸ਼ੂ ਭੋਜਨ ਨਹੀਂ ਦਿੰਦਾ, ਦੁੱਧ ਦਿੰਦਾ।
ਤੇ ਇਧਰ 36 ਪ੍ਰਕਾਰ ਦੇ ਦੁੱਧ ਨਹੀਂ, 36 ਪ੍ਰਕਾਰ ਦੇ ਭੋਜਨ ਹੋਣਗੇ। ਭਾਵ ਵੇਖੋ, ਅੰਮ੍ਰਿਤ ਸ਼ਬਦ ਉੱਥੇ ਵੀ ਉਹੀ ਵਰਤਿਆ, ਇੱਥੇ ਵੀ ਇਹੋ ਹੀ ਵਰਤਿਆ, ਪਰ ਮੁਹਾਵਰੇ ਦੇ ਹਿਸਾਬ ਨਾਲ ਜਿਹੜਾ ਵਿਸ਼ਾ ਚੱਲ ਰਿਹਾ ਹੈ, ਜਿਹੜੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ, ਉਹਦੇ ਹਿਸਾਬ ਨਾਲ ਅਰਥ ਬਦਲ ਗਏ। ਲਫ਼ਜ਼ ਇੱਕੋ ਹੀ ਹੈ, ਸ਼ਬਦ ਇੱਕੋ ਹੀ ਹੈ, ਅਰਥ ਬਦਲ ਗਏ। ਮੁਹਾਵਰੇ ਜੋ ਪਿੱਛੇ ਗੱਲ ਗੁਰੂ ਮਹਾਰਾਜ ਕਰ ਰਹੇ ਨੇ ਉਹਦੇ ਹਿਸਾਬ ਨਾਲ। ਤੋ ਇਸ ਤਰ੍ਹਾਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਪਾਵਨ ਬਾਣੀ ਦਾ ਸ਼ਬਦ ਹੈ, ਜਾਂ ਜਿਹੜੀ ਬਾਣੀ ਚੱਲ ਰਹੀ ਹੈ, ਜੋ ਪੌੜੀ ਹੈ, ਛੰਤ ਹੈ, ਸ਼ਲੋਕ ਹੈ, ਉਹਦੇ ਵਿੱਚ ਵੇਖਣਾ ਵੀ ਗੁਰੂ ਮਹਾਰਾਜ ਕਿਸ ਬਾਬਤ ਸਾਨੂੰ ਗੱਲ ਕਹਿ ਰਹੇ ਨੇ। ਉਹਦੇ ਹਿਸਾਬ ਨਾਲ ਫਿਰ ਉਹਨਾਂ ਸ਼ਬਦਾਂ ਦੇ ਅਰਥ ਜਿਹੜੇ ਹਨ ਉਹ ਬਣਦੇ ਨੇ। ਇਸੇ ਤਰ੍ਹਾਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ਲੋਕ ਸਾਡੇ ਸਾਹਮਣੇ ਹੈ। ਇਹਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਮਨ ਨੂੰ ਸਮਝਾਉਂਦੇ ਨੇ, ਹੇ ਮੇਰੇ ਮਨ, ਗੁਰੂ ਦੀ ਓਟ ਲੈ। ਸ਼ਬਦ ਇੱਥੇ ਸਾਧੂ ਵਰਤਿਆ, ਔਰ ਅਗਲੀ ਪੰਕਤੀ ਦੇ ਵਿੱਚ ਮਹਾਰਾਜ ਨੇ ਲਫ਼ਜ਼ ਗੁਰੂ ਵਰਤਿਆ। ਆਪਾਂ ਉਹਦਾ ਪਾਠ ਕਰਾਂਗੇ। ਹੁਣ ਪਹਿਲੇ ਸ਼ਬਦਾਂ ਵਿੱਚ ਆਖਿਆ, ਹੇ ਮੇਰੇ ਮਨ, ਸਾਧੂ ਕੀ ਮਨ ਓਟ ਗਉ। ਗਉ ਦਾ ਅਰਥ ਹੁੰਦਾ ਫੜ ਲੈਣਾ, ਪਕੜ ਵਿੱਚ ਲੈ ਆਉਣਾ। ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਰਾਮ ਨਾਮ ਉਰਮੈ ਗਹਿਓ, ਜਾ ਕੇ ਸਮ ਨਹੀਂ ਕੋਏ। ਗਹਿਓ ਦਾ ਮਤਲਬ ਹੈ ਹਿਰਦੇ ਵਿੱਚ ਫੜ ਲੈ, ਹਿਰਦੇ ਵਿੱਚ ਟਿਕਾ ਕੇ ਰੱਖ, ਛੱਡ ਨਾ ਇਹਨੂੰ। ਜਿਵੇਂ ਅਸੀਂ ਕਿਸੇ ਚੀਜ਼ ਨੂੰ ਫੜ ਲਈਏ ਨਾ, ਉਹਨੂੰ ਅਸੀਂ ਕਹਿੰਦੇ ਕੰਟਰੋਲ ਵਿੱਚ ਲੈ ਆਉਣਾ, ਆਪਣੇ ਦਾਇਰੇ 'ਚ ਲੈ ਆਉਣਾ। ਗੁਰੂ ਮਹਾਰਾਜ ਕਹਿੰਦੇ ਰਾਮ ਨਾਮ ਉਰਮੈ ਗਹਿਓ, ਸਰਵ ਵਿਆਪਕ ਉਸ ਅਕਾਲ ਪੁਰਖ ਦਾ ਨਾਮ ਹਿਰਦੇ ਵਿੱਚ ਫੜ ਕੇ ਰੱਖ, ਅੰਦਰ ਟਿਕਾ ਕੇ ਰੱਖ। ਇੱਥੇ ਗੁਰੂ ਮਹਾਰਾਜ ਗਉ ਸ਼ਬਦ ਵਰਤਦੇ ਨੇ। ਗਉ ਦਾ ਅਰਥ ਵੀ ਫੜਨਾ ਹੁੰਦਾ ਹੈ। ਜਪ, ਦ੍ਰਿੜ ਕਰ, ਮਨ ਵਿੱਚ ਵਸਾ। ਮਹਾਰਾਜ ਕਹਿੰਦੇ, ਹੇ ਮੇਰੇ ਮਨ, ਸਾਧੂ ਕੀ ਮਨ ਓਟ ਗਉ। ਰੱਬ ਦੀ ਟੇਕ ਫੜ। ਓਟ ਦਾ ਅਰਥ ਹੁੰਦਾ ਹੈ ਆਸਰਾ ਲੈ, ਗੁਰੂ ਦੀ ਟੇਕ ਲੈ, ਗੁਰੂ ਦਾ ਆਸਰਾ ਲੈ। ਗੁਰੂ ਸਾਧੂ ਦਾ ਆਧਾਰ ਬਣਾ ਆਪਣੇ ਜੀਵਨ ਵਿੱਚ, ਉਹਦਾ ਆਸਰਾ ਤੱਕ। ਔਰ ਅੱਗੇ ਸ਼ਬਦ ਵਰਤਦੇ ਨੇ, ਉਕਤ ਸਿਆਣਪ ਤਿਆਗ। ਵੇਖੋ ਇੱਥੇ ਸ਼ਬਦ ਸਿਆਣਪ ਵਰਤਿਆ ਮਹਾਰਾਜ ਨੇ। ਉਕਤ ਦਾ ਅਰਥ ਹੁੰਦਾ ਹੈ ਉਕਤੀਆਂ, ਯੁਕਤੀਆਂ, ਦਲੀਲਾਂ। ਦਲੀਲ ਸੱਚ ਨੂੰ ਸਮਝਣ ਵਾਸਤੇ ਬਾਣੀ 'ਚ ਵੀ ਦਿੱਤੀ ਹੈ ਤੇ ਅਸੀਂ ਵੀ ਦਿੰਦੇ ਹਾਂ। ਪਰ ਇੱਥੇ ਕਿਹੜੀ ਦਲੀਲ ਨਹੀਂ ਦੇਣ ਵਾਸਤੇ ਕਿਹਾ ਮਹਾਰਾਜ ਨੇ? ਕਿ ਮੈਂ ਝੂਠਾ ਹਾਂ, ਪਰ ਝੂਠਾ ਹੋਣ ਦੇ ਬਾਵਜੂਦ ਵੀ ਆਪਣੇ ਹੱਕ ਵਿੱਚ ਦਲੀਲ ਦੇ ਰਿਹਾ ਵੀ ਮੇਰੇ ਵਰਗਾ ਸੱਚਾ ਕੋਈ ਨਹੀਂ। ਹੁਣ ਇਹ ਦਲੀਲ ਝੂਠੀ ਹੈ ਨਾ। ਮਹਾਰਾਜ ਕਹਿੰਦੇ ਛੱਡ ਇਹਦਾ ਖਹਿੜਾ। ਜੇ ਤੂੰ ਇਸ ਤਰ੍ਹਾਂ ਕਰੇਗਾ ਤੇ ਫਿਰ ਤਾਂ ਤੂੰ ਕਦੇ ਸਾਰੇ ਜੀਵਨ 'ਚ ਇਹ ਔਗਣ ਛੱਡ ਹੀ ਨਹੀਂ ਸਕੇਗਾ। ਚੰਗੀ ਗੱਲ ਇਹ ਹੈ ਵੀ ਗੁਰੂ ਕੋਲ ਆ ਕੇ ਇਹ ਨਾ ਕਹੇ ਵੀ ਸੱਚੇ ਪਾਤਸ਼ਾਹ ਮੈਂ ਬੜਾ ਗੁਰਮੁਖ ਹੋ ਗਿਆ, ਮੈਂ ਬੜਾ। ਇੱਥੇ ਦਲੀਲ ਛੱਡ ਦੇ ਆਪਣੀ। ਇੱਥੇ ਤਾਂ ਤੂੰ ਗੁਰਮੁਖ ਬਣਨ ਵਾਸਤੇ ਆਇਆ। ਇੱਥੇ ਤੇ ਕਹੇ ਸੱਚੇ ਪਾਤਸ਼ਾਹ ਮੇਰੇ 'ਚ ਗੁਣ ਕੋਈ ਨਹੀਂ, ਰਹਿਮਤ ਕਿਰਪਾ ਕਰ। ਮੈਂ ਆਪਣੇ ਹੱਕ 'ਚ ਕੋਈ ਦਲੀਲ ਨਹੀਂ ਦੇਣੀ, ਮੈਂ ਆਪਣੇ ਹੱਕ ਵਿੱਚ ਕੋਈ ਆਰਗੂਮੈਂਟ ਨਹੀਂ ਕਰਨਾ, ਮੈਂ ਆਪਣੇ ਹੱਕ ਵਿੱਚ ਕੋਈ ਗੱਲ ਨਹੀਂ ਕਹਿਣੀ। ਜੋ ਮੈਂ ਹਾਂ ਤੇ ਜਿਹੋ ਜਿਹਾ ਹਾਂ ਤੂੰ ਤੇ ਜਾਣਦਾ ਹੀ ਹੈ। ਤੂੰ ਤੇ ਜਾਣਦਾ ਹੈ ਨਾ ਮੈਂ ਕਿਹੋ ਜਿਹਾ। ਤੇ ਮੈਂ ਤੇਰੇ ਸਾਹਮਣੇ ਆ ਕੇ, ਤੂੰ ਜਾਣਦਾ ਵੀ ਹੈ ਤਾਂ ਵੀ ਮੈਂ ਤੇਰੇ ਹੱਕ 'ਚ ਦਲੀਲਾਂ ਆਪਣੇ ਹੱਕ 'ਚ ਦੇਈ ਜਾਵਾਂ। ਇਹਨੂੰ ਕਹਿੰਦੇ ਨੇ ਚਤੁਰਾਈ ਕਰਨੀ, ਚਲਾਕੀ ਕਰਨੀ। ਹੁਣ ਮੈਂ ਆਖਾਂ ਸੱਚੇ ਪਾਤਸ਼ਾਹ ਮੈਂ ਬੜਾ ਗੁਰਮੁਖ ਹਾਂ, ਮੈਂ ਬੜਾ ਚੰਗਾ। ਗੁਰੂ ਜਾਣਦਾ ਨਹੀਂ? ਗੁਰੂ ਤੇ ਜਾਣਦਾ ਹੈ ਨਾ। ਤੇ ਮੈਂ ਫਿਰ ਵੀ ਕਹੀ ਜਾਵਾਂ, ਇਹ ਹੈ ਚਲਾਕੀ ਕਰਨੀ, ਚਤੁਰਾਈ ਕਰਨੀ, ਝੂਠੀਆਂ ਸਿਆਣਪਾਂ ਵਿਖਾਉਣੀ। ਮਹਾਰਾਜ ਕਹਿੰਦੇ ਛੱਡ ਇਹਨੂੰ। ਇਹਦਾ ਜ਼ਿਕਰ ਨਾ ਇੱਕ ਬਚਨ ਮਹਾਰਾਜ ਨੇ ਬਾਣੀ 'ਚ ਕਿਹਾ। ਆਖਦੇ ਨੇ ਮਨੁੱਖ ਆਪਣੀ ਚੰਗਿਆਈ ਗੁਰੂ ਸਾਹਮਣੇ ਵੀ ਗਿਣਾਉਂਦਾ ਹੈ, ਰੱਬ ਸਾਹਮਣੇ ਵੀ ਗਿਣਾਉਂਦਾ ਹੈ। ਮਹਾਰਾਜ, ਰੱਬ ਜੀ, ਗੁਰੂ ਜੀ, ਮੈਂ ਆਹ ਚੰਗਾ ਕੀਤਾ, ਮੈਂ ਉਹ ਚੰਗਾ ਕੀਤਾ। ਅਸੀਂ ਕਹਿੰਦੇ ਹਾਂ ਨਾ, ਮੈਂ ਇੰਨਾ ਕੀਤਾ, ਮੈਂ ਉਨਾ ਕੀਤਾ। ਹੁਣ ਅਸੀਂ ਆਪਣੇ ਗੁਣ ਤੇ ਗਿਣਾ ਦਿੰਦੇ ਹਾਂ ਜੋ ਚੰਗਾ ਕਰਦੇ ਹਾਂ। ਕਦੇ ਅਸੀਂ ਆਪਣੇ ਔਗਣ ਵੀ ਗਿਣੇ ਨੇ? ਮਹਾਰਾਜ ਮੇਰੇ 'ਚ ਆ ਵੀ ਔਗਣ, ਮੇਰੇ 'ਚ ਆ ਵੀ ਔਗਣ, ਮੇਰੇ 'ਚ ਆ ਵੀ ਐਬ, ਮੇਰੇ 'ਚ ਆ ਵੀ ਗਲਤੀ, ਮੇਰੇ 'ਚ ਆ ਵੀ ਕਮੀ, ਕਦੇ ਨਹੀਂ ਕਹਿੰਦੇ। ਇਹਦਾ ਭਾਵ ਹੈ ਵੀ ਅਸੀਂ ਆਪਣੀ ਹਉਮੈ ਦੇ ਆਸਰੇ ਤੇ ਜਿਉਂਦੇ। ਜੋ ਚੰਗਾ ਹੈ ਸਾਡਾ ਉਹ ਤੇ ਗਿਣ ਦਿੱਤਾ, ਜੋ ਔਗਣ ਹੈ ਸਾਡੇ ਜੀਵਨ ਦਾ ਉਹ ਅਰਦਾਸ ਦਾ ਹਿੱਸਾ ਨਹੀਂ ਬਣਾਇਆ। ਵੈਸੇ ਬਾਣੀ ਨੇ ਸਾਨੂੰ ਇਹ ਦੱਸਿਆ ਕਿ ਹਮ ਅਵਗੁਣ ਭਰੇ ਏਕ ਗੁਣ। ਵੇਖੋ ਸਿਖਾਇਆ ਕਿ ਜਦੋਂ ਗੁਰੂ ਸਾਹਮਣੇ ਆਈਏ ਨਾ, ਜਦੋਂ ਰੱਬ ਸਾਹਮਣੇ ਆਈਏ, ਤੇ ਗੁਰੂ ਕੋਲ ਤਾਂ ਅਸੀਂ ਆਉਂਦੇ ਹੀ ਆਪਣੀਆਂ ਬਿਮਾਰੀਆਂ ਛੱਡਣ ਵਾਸਤੇ ਆ ਵੀ ਸਤਿਗੁਰੂ ਸਾਨੂੰ ਅਰੋਗ ਕਰ ਦੇ, ਤੰਦਰੁਸਤ ਬਣਾ ਦੇ, ਸਾਡੀ ਮੈਲ ਧੋ ਦੇ ਸਾਡੇ ਅੰਦਰੋਂ। ਇਸ ਵਾਸਤੇ ਸਾਡੀ ਮੈਲ ਉਤਰੇ
मैं तेरे सामने हथ बन के खड़ा भी मेरे च गुण कोई नहीं, मैं तो तेरे कोलों कुछ लैन आया, ते जे मैं पहले ही चढ़े घोड़े सवार आ रहा भी मेरे च तां गुण बहुत ने, फिर मैं इथों की लवांगा, फिर तां कुछ नहीं लै सकदा ना मैं। इस वास्ते गुरु पातशाह ने सानू ये आप बाणी विच भी जेता समुंद सागर नीर भरिया तेते औगण हमारे, दया करो किश मेरे उपाव डुब दे, यानी कि मन मत तू जान मान करें, जे हों किश जानदा गुरमुख निमाणा हो। सतगुरु कहते निमाणा हो, ये मान छड्ड भी मैं बहुत हाँ, मैं जानदा बहुत हाँ, मैं समझदा बहुत हाँ, मैनू पता बहुत है, जां मैं कमाई बड़ी कर लई है, जां मेरे च चंगियाइयां, ये मान छड़ दे, गुरु सामने मान ना कर जे तू अपना भला चाहुंदा। एक बचन गुरु ने कहा बाणी अंदर भी सियाणप इहदे विच हुंदी है। तुसीं कदे देखना दो भरावां दी अपने कल्चर विच वंड होवे ना, एक भरा ने कमाई बहुती कीती हुंदी, एक ने घट कीती हुंदी है। बहुती वाला ते कई बार कहिंदा भी नहीं सारा गल दा हिसाब करो, जे वंड होनी है तां पूरी होवे, जो मैं कमाया जो मैं खर्चया सारा करो। ते कई बार दूसरे फिर विच विचाले जिहड़े बंदे हुंदे ने वंड पवाउण वाले, वो समझाउंदे ने कि तेरा भरा है, एवें आपां काहनूं लम्मे हिसाब च पैणा, मोटी मोटी गल करी वो अपने घर खुश, तू अपने घर, माड़ा मोटा जे लैण देण रह भी जाएगा ते आकर तुसीं कोई दुश्मन थोड़ी हो। फिर जदों वो कहिंदे ने ना भी चलो मोटी मोटी गल मुकाओ, तुसीं बहुते लम्मे हिसाबां च ना पवो, गल वध जाएगी। हुण जेड़ा जिसने कमाई घट कीती होवे घर दे विच, ਉਹ ਸਭ ਤੋਂ ਪਹਿਲਾਂ ਕਹਿੰਦਾ ਠੀਕ ਹੈ ਜੀ ਠੀਕ ਹੈ, ਕਿਉਂਕਿ ਉਹਦੇ ਹੱਕ 'ਚ ਜਾਂਦੀ ਹੈ ਗੱਲ, ਉਹਦੇ ਫਾਇਦੇ 'ਚ ਜਾਂਦੀ ਹੈ। ਉਹਨੂੰ ਪਤਾ ਹੈ ਵੀ ਜੇ ਬਹੁਤੀਆਂ ਲੰਮੀਆਂ ਗਿਣਤੀਆਂ 'ਚ ਪੈ ਗਏ ਤੇ ਮੈਨੂੰ ਘਾਟਾ ਪੈਣਾ। ਗੁਰੂ ਮਹਾਰਾਜ ਕਹਿੰਦੇ ਸੰਸਾਰ ਵਿੱਚ ਬੰਦਾ ਉਸ ਜਗ੍ਹਾ ਤੇ ਬਹੁਤੇ ਲੇਖੇ ਨਹੀਂ ਕਰਦਾ ਜਿੱਥੇ ਉਹਨੂੰ ਪਤਾ ਲੱਗ ਜਾਏ ਵੀ ਇਸ ਲੇਖੇ 'ਚ ਮੈਨੂੰ ਘਾਟਾ ਪਏਗਾ। ਉੱਥੇ ਕਹਿੰਦਾ ਜੀ ਮੋਟਾ ਮੋਟਾ ਹਿਸਾਬ ਕਰੋ ਤੇ ਨਿਬੇੜ ਦਿਓ ਗੱਲ। ਉੱਥੇ ਅਸੀਂ ਇਹ ਸਿਆਣਪ ਵਰਤਦੇ ਹਾਂ। ਹੁਣ ਗੁਰੂ ਮਹਾਰਾਜ ਕਹਿੰਦੇ ਮਨੁੱਖ ਵੇਖੋ ਇੱਥੇ ਸਿਆਣਪ ਨਹੀਂ ਵਰਤਦਾ, ਇੱਥੇ ਲੇਖੇ 'ਚ ਪੈ ਜਾਂਦਾ। ਮੈਂ ਮਹਾਰਾਜ ਆ ਚੰਗਾ ਕੀਤਾ, ਮੇਰੇ ਚਾਹ ਗੁਣ, ਮੇਰੇ ਚਾਹ ਚੰਗਿਆਈ। ਗੁਰੂ ਕਹਿੰਦੇ ਬੰਦਿਆ ਸਿਆਣਾ ਬਣ, ਉਹਦੇ ਨਾਲ ਲੇਖੇ 'ਚ ਨਾ ਪੈ, ਨਹੀਂ ਤੇ ਹੋ ਸਕਦਾ ਜੇ ਲੇਖੇ ਜੋਖੇ ਵਿੱਚ ਪੈ ਗਿਓ ਤੇ ਔਗਣ ਵੱਧ ਜਾਣ, ਘਾਟਾ ਖਾਏਗਾ। ਸ਼ਬਦ ਕੀ ਵਰਤਿਆ ਮਹਾਰਾਜ ਨੇ, ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਅਸੀਂ ਖਿਨ ਖਿਨ ਭੁੱਲਾਂ ਕਰਨ ਵਾਲੇ ਲੇਖੇ 'ਚ ਨਾ ਪਈਏ। ਬੇਨਤੀ ਇਹ ਕਰਿਆ ਕਰੀਏ ਬਖਸ਼ਨਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਤਿਗੁਰੂ ਕੋਈ ਗੁਣ ਨਹੀਂ ਸਾਡੇ 'ਚ, ਪਹਿਲਾਂ ਹੀ ਮੰਨ ਗਏ ਅਸੀਂ, ਕੋਈ ਗੁਣ ਨਹੀਂ ਸਾਡੇ, ਔਗਣ ਨਾ ਚਿਤਾਰ ਤੇ ਸਾਨੂੰ ਬਖਸ਼ ਲੈ ਬਸ। ਜੇ ਅਸੀਂ ਕੋਈ ਚੰਗਾ ਕੀਤਾ ਵੀ ਹੈ ਤੇ ਇਹ ਕਹੀਏ ਵੀ ਕੋਈ ਚੰਗਾ ਕੀਤਾ ਨਹੀਂ, ਤੂੰ ਕਰਵਾਇਆ ਤੇ ਹੋ ਗਿਆ, ਵਰਨਾ ਇੰਨੀ ਸਾਡੇ 'ਚ ਖੂਬੀ ਕੋਈ ਨਹੀਂ। ਗੁਰਮਤ ਨੇ ਐਸੇ ਜੀਵਨ ਦੀ ਗੱਲ ਸਾਨੂੰ ਬਾਰ-ਬਾਰ ਸਮਝਾਈ। ਤੋਂ ਇੱਥੇ ਗੁਰੂ ਮਹਾਰਾਜ ਕਹਿੰਦੇ ਨੇ ਉਹ ਦਲੀਲਾਂ ਛੱਡ ਦੇ ਜਿਹੜੀਆਂ ਤੂੰ ਆਪਣੇ ਸੱਚੇ ਹੋਣ ਦੇ ਹੱਕ ਵਿੱਚ ਗੁਰੂ ਤੇ ਪਰਮੇਸ਼ਰ ਸਾਹਮਣੇ ਰੱਖਦਾ ਹੈ, ਤੇ ਕਈ ਵਾਰ ਇਸ ਦਲੀਲਬਾਜ਼ੀ ਵਿੱਚ ਪੈ ਕੇ ਤੂੰ ਹਉਮੈ ਦਾ ਸ਼ਿਕਾਰ ਹੁੰਦਾ। ਔਰ ਅਗਲੀ ਗੱਲ ਕਹੀ ਉਕਤ ਸਿਆਣਪ, ਸਿਆਣਪ ਦਾ ਅਰਥ ਹੈ ਚਤੁਰਾਈਆਂ, ਚਲਾਕੀਆਂ ਵੀ ਤਿਆਗ ਦੇ। ਤੇ ਅੱਗੇ ਆਖਦੇ ਨੇ ਗੁਰ ਦੀਖਿਆ, ਦੀਖਿਆ ਦਾ ਅਰਥ ਹੁੰਦਾ ਹੈ ਗੁਰੂ ਦਾ ਉਪਦੇਸ਼, ਗੁਰੂ ਦੀ ਮੱਤ, ਗੁਰੂ ਨੇ ਜੋ ਸਮਝਾਇਆ ਧਰਮ ਦੇ ਰਾਹ ਤੇ ਚੱਲਣ ਲਈ। ਉਹ ਗੁਰੂ ਦਾ ਮਤ, ਗੁਰੂ ਦੀ ਮਤ, ਗੁਰੂ ਦਾ ਉਪਦੇਸ਼ ਜਿਹੇ ਮਨ ਵਸੈ, ਜਿਹਦੇ ਮਨ ਵਿੱਚ ਵਸ ਜਾਂਦੀ ਏ। ਮਹਾਰਾਜ ਕਹਿੰਦੇ ਨੇ ਨਾਨਕ ਮਸਤਕ ਭਾਗ, हे ਨਾਨਕ ਜੀ ਸਮਝੋ ਉਹਦੇ ਮਸਤਕ ਭਾਗ ਉਜਲੇ ਹੋ ਗਏ। ਜਿਹਦੇ ਮਨ ਚ ਵਸ ਗਈ ਨਾ ਉਹਦੇ ਮਸਤਕ ਭਾਗ ਉਜਲੇ ਹੋ, ਉਹਦਾ ਮੁੱਖ ਉਜਲਾ ਹੋ ਗਿਆ, ਉਹਦੇ ਲੇਖੇ ਬਦਲ ਗਏ, ਭਾਵ ਉਹਦੀ ਮਾਨਸਿਕ ਬਣਤਰ ਬਦਲ ਗਈ ਔਰ ਉਹਨੂੰ ਨੇਕ ਰਾਹ ਮਿਲ ਗਿਆ ਸੁਚੱਜੇ ਜੀਵਨ ਨੂੰ ਜਿਉਣ ਵਾਸਤੇ। ਹੁਣ ਪੌੜੀ ਵਿੱਚ ਪਾਤਸ਼ਾਹ ਕਹਿੰਦੇ ਨੇ ਸੱਸਾ ਸ਼ਰਨ ਪਰੇ ਅਬ ਹਾਰੇ। ਸੱਸਾ ਸ਼ਬਦ ਦੀ ਵਰਤੋਂ ਕਰਦਿਆਂ ਕਹਿੰਦੇ ਨੇ ਅਸੀਂ ਹੁਣ ਹਾਰ ਕੇ ਥੱਕ ਕੇ ਆਪਣੀ ਦੌੜ ਸਾਰੀ ਲਾ ਚੁੱਕੇ ਹਾਂ, ਆਪਣੀ ਵਾਹ ਤਾਕਤ ਸਾਰੀ ਵਰਤ ਚੁੱਕੇ ਹਾਂ। हे ਅਕਾਲ ਪੁਰਖ ਜੀ, हे ਸਤਿਗੁਰੂ ਜੀ, ਅਸੀਂ ਹੁਣ ਹਾਰ ਕੇ ਥੱਕ ਕੇ ਤੁਹਾਡੀ ਸ਼ਰਨ ਆ ਗਏ। ਇੱਕ ਤਾਂ ਹੁੰਦਾ ਨਾ ਬਾਹਰੀ ਤੌਰ ਉੱਤੇ ਬੰਦਾ ਵੇਖਦਾ ਵੀ ਹੁਣ ਕਿਤੇ ਜਾ ਨਹੀਂ ਸਕਦੇ, ਚਲੋ ਮਾਨਸਿਕ ਤੌਰ ਉੱਤੇ ਵੀ ਬੰਦਾ ਜਦੋਂ ਮਹਿਸੂਸ ਕਰੇ ਨਾ ਵੀ ਇੰਨਾ ਭਟਕਿਆ, ਇੰਨਾ ਛੱਡ ਦਿਆਂ, ਥੱਕ ਗਏ ਹੁਣ ਤਾਂ, ਜਿਸ ਨੂੰ ਬਾਣੀ ਚ ਕਿਹਾ ਨਾ ਅਬ ਹਮ ਚੱਲੀ ਠਾਕੁਰ ਪੈ ਹਾਰ, ਹਾਰ ਕੇ ਸਾਰੇ ਪਾਸਿਆਂ ਤੋਂ, ਥੱਕ ਕੇ ਸਾਰੇ ਪਾਸਿਆਂ ਤੋਂ, ਭਟਕ ਕੇ ਸਾਰੇ ਪਾਸਿਆਂ ਤੋਂ, ਹੁਣ ਮੈਂ ਤੇਰੀ ਸ਼ਰਨ ਹਾਂ।
जब हम शरण प्रभु की आई राख प्रभु भावै मार। लोकन की चतुराई उपमा ते बै संतर जार। कोई भला कहो भावै बुरा कहो हम तन दियो है टार। कोई कुछ भी आखे मैं तो हुण तेरे दर ते हां, मैनूं हुण इह परवाह नहीं, सब परने आसरे त्याग के हुण मैं तेरे दर दे उत्ते आके ढह पिया हां। तो गरीब नवाज पातशाह जी आखदे ने शास्त्र सिमरत वेद पुकारे। महाराज कहते हैं शास्त्रां दे सिमरतियां दे वेदां दे उपदेश मत ख्याल पुकार पुकार के कहिंदे ने। और जो असी सारी उम्र कहिंदे रहे भी शास्त्रां वेदां सिमरतियां च लिखे, ये सब कुछ करके कमा के थक के हार के हुण वाहिगुरू तेरी शरण च आए। सोधत सोधत सोध विचारा, निर्णा करके विचार के घोख के समझ के हुण इस निर्णय उत्ते पहुंचे हां, विचार उत्ते पहुंचे हां भी बिन हर भजन नहीं छुटकारा। हे अकाल पुरख जी तेरे गुणां दी तेरे नाम दी कमाई तो बिना, तेरी इबादत तो बिना मनुख दा विकारां झूठ अज्ञानता तो खैड़ा नहीं छुटदा, इहदा भला नहीं हो सकदा। सतगुरु कहंदे ने सास सास हम भूलन हारे। असीं ते हर साह नाल गलतियां करदे हां, हर साह विच साडे औगण है, क्योंकि साडी अंदरों बनतर औगणा वाली हो गई। हर साह दे विच साडीआं भुल्लां ते औगणा साडे कोलों हुंदे ने। महाराज कहंदे ने तुम समरथ अगनत अपारे। हे अकाल पुरख सतगुरु जीओ तुसीं समरथ हो, ताकत वाले हो, तुहाडे गुणां दी कोई गिणती नहीं कीती जा सकदी। अगनत ने तुहाडे च गुण, अपारे तुहाडा कोई पारला पासा नहीं पाया जा सकदा। तुसीं बेअंत हो, शरण परे की राख दयाला। तेरे इस वड्डेपन ते वडियाई नूं वेख के मैं ये अरदास करदा, हे दयाला दयावान किरपा दे घर तरस दे घर, मैं तेरी शरण हां, तेरे दर दे उत्ते आके समर्पित हो गया हां। आखदे ने नानक तुमरे बाल गोपाला। नानक मोर छाप वरतदिआं सतगुरु कहंदे ने असीं हे गोपाल सृष्टि दे पालनहार अकाल पुरख जी, असीं तुहाडे बाल हां, तुहाडे बच्चे हां। इस वास्ते जिवें एक बालक कई गलतियां भुल्लां करदा है, मां बाप जाणदे ने कि ये गलती कर रहा है, पर उहदी ये गलती इस करके खिमा कर दित्ती जांदी है, उहनूं चितारिया चेते च नहीं रखिया जांदा कि बच्चा है, अल्प बुद्ध है। इस वास्ते गुरु महाराज कहंदे ने जे असीं पायो बाल बुद्ध सो करे, जे असीं अपनी अंदर दी चतुराई सियाणप नूं त्याग के ते असीं बालक बुद्ध निरछल निष्कपट हो के जीवन जीवीए, फिर जे किधरे ऊच नीच भी वापर जाए ना तो अकाल पुरख वाहिगुरू जानदा है बच्चा है, बालक है। इस वास्ते गुरु ने बाणी दे विच आख्या हर जी माता हर जी पिता हर जीओ प्रतिपालक, हर जी मेरी सार करे हम हर के बारक, सहजे सहज खिलाइंदा न करदा अलक, औगण को न चितारदा गल सेती लायक। सतगुरु सच्चे पातशाह इस पावन उपदेश विच जो सतगुरु जीवन जुगत दृढ़ करवा रहे ने असीं नूं कमा सकीए, होईआं भुल्लां चुकां दी खिमा धन गुरु ग्रंथ साहिब सच्चे पातशाह जी बख्शिश करन। सबनां दा धन्नवाद। अदब सहित गुरु फतेह नाल सांझ बनाओ। वाहिगुरू जी का खालसा वाहिगुरू जी की फतेह।